A very good morning, dear students. So, on Saturday, we have learnt the letter number 8, that is about yes, that letter was about the open manholes. I hope you all have learned that letter, and many of you haven't sent me the photographs of your written homework. I don't know the reason, so don't do this for today. Just send me the photographs of your written homework wherever you are writing this. Okay, so students, first of all I will tell you that we are going to skip letter number 9 and letter number 10, and for today we are going to start letter number 11, and the title or the statement of letter number 11 is write a letter to the editor of a newspaper pointing out the growing incidence of drug menace in India। ਕਹਿੰਦੇ ਭਾਰਤ ਦੇ ਵਿੱਚ ਕੀ ਆ ਜਿਹੜਾ ਡਰਗ ਐਡਿਕਸ਼ਨ ਡਰਗ ਮਿਨੇਕ ਜਿਹੜਾ ਕੀ ਆ ਕਹਿੰਦੇ ਨਸ਼ੇ ਦਾ ਖਤਰਾ ਵੱਧ ਰਿਹਾ ਉਹਦੇ ਸੰਬੰਧ ਦੇ ਵਿੱਚ ਤੁਸੀਂ ਕੀ ਕਰਨੀ ਆ ਰਾਜੇ ਇੱਕ ਲੈਟਰ ਲਿਖਣੀ ਹੈ ਕਿਹਨੂੰ ਨਿਊਜ਼ਪੇਪਰ ਦੇ ਐਡੀਟਰ ਨੂੰ। ਓਕੇ, ਸੋ ਵੀ ਆਰ ਗੋਇੰਗ ਟੂ ਸਟਾਰਟ ਇਟ। ਹਾਂਜੀ ਬੱਚੇ, ਇੱਕ ਚੀਜ਼ ਹੋਰ ਤੁਹਾਨੂੰ ਦੱਸਣੀ ਸੀਗੀ ਕਿ ਉਸ ਦਿਨ ਜਿੱਦਣ ਆਪਾਂ 8th ਲੈਟਰ ਕੀਤੀ ਆ, ਜਿਵੇਂ ਮੈਂ ਕਿਹਾ ਸੀਗਾ ਵੀ ਰਾਈਟ ਹੈਂਡ ਸਾਈਡ ਲਿਖਿਆ ਹੋਇਆ, ਮੈਂ ਤਾਂ ਕਿਹਾ ਸੀ ਤਾਂ ਕਿ ਵੀ ਤੁਹਾਨੂੰ ਇੱਕ ਵਾਰ ਸਮਝ ਲੱਗ ਸਕੇ ਵੀ ਮੈਂ ਕਿਹੜੇ ਪੈਰਾਗ੍ਰਾਫ ਦੀ ਗੱਲ ਕਰ ਰਹੀ ਹਾਂ। ਹੁਣ ਦੇਖੋ ਰਾਈਟ ਹੈਂਡ ਸਾਈਡ ਕੀ ਲਿਖਿਆ ਰਾਜੇ, ਇਹਨਾਂ ਨੇ ਐਡਰੈਸ ਲਿਖਿਆ ਜਿੱਦਾਂ 72 ਕੈਨਾਲ ਪਾਰਕ ਧਾਰੀਵਾਲ ਅਪ੍ਰੈਲ ਡੈਸ਼ ਐਂਡ ਡੈਸ਼, ਤੁਸੀਂ ਇਹ ਚੀਜ਼ ਲਿਖੋਗੇ। ਪਰ ਇਹ ਚੀਜ਼ ਆਪਾਂ ਤੁਹਾਨੂੰ ਪਤਾ ਵੀ ਸਾਰੇ ਦਾ ਸਾਰਾ ਪੈਟਰਨ ਆਪਣਾ ਕੀ ਆ ਹੁਣ ਲੈਫਟ ਸਾਈਡ ਹੋ ਚੁੱਕਿਆ ਵਾ। ਸੋ ਸਾਰੀ ਚੀਜ਼ ਜਿਹੜੀ ਵੀ ਰਾਈਟ ਸਾਈਡ ਲਿਖਿਆ ਜਿਵੇਂ ਇਹ ਤੇ ਲਾਸਟ ਐਂਡਿੰਗ ਉਹ ਬੱਚੇ ਲੈਫਟ ਸਾਈਡ ਆਊਗੀ। ਠੀਕ ਹੈ, ਦੀ ਐਡੀਟਰ ਦੀ ਇੰਡੀਅਨ ਐਕਸਪ੍ਰੈਸ ਚੰਡੀਗੜ੍ਹ ਇਹ ਵੀ ਲੈਫਟ ਸਾਈਡ ਆ ਜਾਊਗਾ ਸਾਰਾ ਕੁਛ, ਸਰ ਤੋਂ ਬਾਅਦ ਕੌਮਾ ਵੀ ਨਹੀਂ ਆਊਗਾ। ਓਕੇ, ਉਹ ਜਿਹੜਾ ਤੁਹਾਡਾ ਪੈਟਰਨ ਆ ਜਿੱਦਾਂ ਮੈਮ ਨੇ ਤੁਹਾਨੂੰ ਪਹਿਲਾਂ ਦੱਸਿਆ ਰਾਜੇ, ਮੈਂ ਤਾਂ ਨਹੀਂ ਸੀ ਦੱਸਿਆ, ਮੈਨੂੰ ਲੱਗਿਆ ਤੁਸੀਂ ਆਲਰੇਡੀ ਫੋਲੋ ਕਰ ਰਹੇ ਹੋ ਸੇਮ ਪੈਟਰਨ। ਸੋ ਪੈਟਰਨ ਚੇਂਜ ਨਹੀਂ ਹੋਣਾ, ਪੈਟਰਨ ਵਿਲ ਬੀ ਸੇਮ as you were following the pattern of Nimar ma'am, that is the correct pattern, so follow that pattern. Now we are going to start it. Okay, on right hand side they have written the address, so shift the address to the left hand side. Okay, and after that we will write to, then the editor Indian Express Chandigarh, and after that you have to mention the salutation, that is dear sir or madam. Okay, so here they have written sir. Now we are going to start our letter. Kindly allow me to express through columns of your esteemed paper my views about the growing incidence of drug menace in the country. Kindly allow me, ਕਿਰਪਾ ਕਰਕੇ ਕਹਿੰਦੇ ਮੈਨੂੰ ਅਲਾਉ ਕਰੋ ਟੂ ਐਕਸਪ੍ਰੈਸ, ਕਿ ਮੈਂ ਐਕਸਪ੍ਰੈਸ ਕਰ ਸਕਾਂ, ਬਿਆਨ ਕਰ ਸਕਾਂ ਥਰੂ ਦ ਕਾਲਮਸ ਆਫ ਯੂਰ esteemed ਪੇਪਰ। ਹੁਣ ਬੱਚੇ ਜਿਹੜਾ ਇਹ ਲਿਖਿਆ ਵਾ ਥਰੂ ਦੀ ਕਾਲਮਸ ਆਫ ਯੂਰ esteemed ਪੇਪਰ, ਇਹ ਕੀ ਆ ਉਹਨਾਂ ਦਾ ਜਿਹੜਾ ਨਿਊਜ਼ਪੇਪਰ ਆ ਉਹਦੀ ਆਪਾਂ ਐਪਰੇਜ਼ ਕਰਨੀ ਆ, ਉਹਦੇ ਲਈ ਯੂਜ਼ ਕੀਤਾ ਵਾ। ਮਾਈ ਵਿਊਜ਼ ਅਬਾਊਟ ਦੀ, ਕਿ ਮੈਂ ਆਪਦੇ ਵਿਊਜ਼ ਐਕਸਪ੍ਰੈਸ ਕਰਨਾ ਚਾਹੁੰਦਾ ਵਾ ਕਿ ਜਿਹੜਾ ਇੰਡੀਆ ਦੇ ਵਿੱਚ ਨਸ਼ਾ ਵੱਧ ਰਿਹਾ ਵਾ ਉਹਦੇ ਰਿਗਾਰਡਿੰਗ, ਨਸ਼ੇ ਦਾ ਜਿਹੜਾ ਖਤਰਾ ਵੱਧ ਰਿਹਾ ਵਾ ਉਹਦੇ ਰਿਗਾਰਡਿੰਗ ਮੈਂ ਆਪਦੇ ਵਿਊਜ਼ ਐਕਸਪ੍ਰੈਸ ਕਰਨਾ ਚਾਹੁੰਦਾ ਵਾ। ਤੁਹਾਡੇ ਬਹੁਤ ਵਧੀਆ ਪੇਪਰ ਦੇ ਵਿੱਚ esteemed ਹੁੰਦਾ, ਬਹੁਤ ਵਧੀਆ। ਸੈਕਿੰਡ ਪੈਰਾਗ੍ਰਾਫ ਦੇਖੋ, ਡਰਗ ਐਡਿਕਸ਼ਨ ਇਜ਼ ਅ ਮੇਜਰ ਸੋਸ਼ਲ ਈਵਲ ਆਫ ਮਾਡਰਨ ਟਾਈਮਸ। ਡਰਗ ਐਡਿਕਸ਼ਨ ਕੀ ਆ ਕਹਿੰਦੇ ਰਾਜੇ, ਇੱਕ ਤਰੀਕੇ ਦੀ ਸੋਸ਼ਲ ਈਵਲ ਆ, ਸਮਾਜਿਕ ਬੁਰਾਈ ਆ ਮਾਡਰਨ ਟਾਈਮ ਦੇ ਵਿੱਚ। ਡਰੱਗਸ ਆਰ ਯੂਜ਼ਡ ਬਾਈ ਸਰਟਨ ਪਰਸਨਸ ਟੂ ਐਕਸਪੀਰੀਅੰਸ ਅ ਫਲੋਟਿੰਗ ਸੈਂਸੇਸ਼ਨ। ਡਰੱਗਸ ਜਿਹੜੇ ਨਸ਼ੇ ਆ ਉਹ ਕਈ ਲੋਕਾਂ ਦੇ ਦੁਆਰਾ ਯੂਜ਼ ਕੀਤੇ ਜਾਂਦੇ ਆ to experience a floating sensation, feeling ਈਜ਼ ਐਂਡ ਰਿਲੈਕਸੇਸ਼ਨ। ਕਿਉਂਕਿ ਕਹਿੰਦੇ ਜਦੋਂ ਕੋਈ ਵਿਅਕਤੀ ਫੋਰ ਐਗਜ਼ਾਮਪਲ ਡਰੱਗਸ ਲੈ ਰਿਹਾ ਵਾ, ਜਿਹੜਾ ਵੀ ਲੈ ਰਿਹਾ ਵਾ, ਉਹਦੇ ਕਰਕੇ ਕੀ ਹੈ ਉਹ ਆਪਣੇ ਆਪ ਨੂੰ ਆਰਾਮਦਾਇਕ ਰਿਲੈਕਸੇਸ਼ਨ ਦੇ ਜਿਹੜੀ ਕੰਡੀਸ਼ਨ ਆ ਉਹਦੇ ਵਿੱਚ ਫੀਲ ਕਰਦਾ ਵਾ, ਅਤੇ ਸੈਂਸੇਸ਼ਨ ਹੁੰਦੀ ਹੈ ਕਿ ਉਹ ਆਪਣੇ ਆਪ ਨੂੰ ਇੱਕ ਇਮੈਜੀਨੇਸ਼ਨ ਦੀ ਦੁਨੀਆ ਦੇ ਵਿੱਚ ਪਾਉਂਦਾ ਵਾ। ਸੋ ਇਹਦੇ ਕਰਕੇ ਕੀ ਹੈ ਕਹਿੰਦੇ ਕਈ ਲੋਕ ਇੰਡੀਆ ਦੇ ਵਿੱਚ ਡਰੱਗਸ ਲੈਂਦੇ ਆ। ਦ ਯੂਜ਼ ਆਫ ਡਰੱਗ ਮੀਨਸ ਫਿਜ਼ੀਕਲ ਡਿਪੈਂਡੈਂਸ ਅਪੋਨ ਅ ਡਰੱਗ। ਕਹਿੰਦੇ ਡਰੱਗ ਦਾ ਯੂਜ਼ ਮਤਲਬ ਕੀ ਹੋ ਗਿਆ ਕਿ ਜਦੋਂ ਕੋਈ ਵਿਅਕਤੀ ਫਿਜ਼ੀਕਲੀ ਡਰੱਗ ਦੇ ਉੱਪਰ ਡਿਪੈਂਡ ਕਰਦਾ, ਮੀਨਸ ਕਿ ਜਦੋਂ ਕੋਈ ਵਿਅਕਤੀ ਕੰਟੀਨਿਊ ਕੀ ਹੈ ਡਰੱਗਸ ਲੈ ਰਿਹਾ ਵਾ, ਡੇ ਬਾਈ ਡੇ ਉਹ ਡਰੱਗਸ ਲੈ ਰਿਹਾ, ਇਟ ਮੀਨਸ ਹੀ ਔਰ ਸ਼ੀ ਇਜ਼ ਡਿਪੈਂਡਿੰਗ ਟੋਟਲੀ ਔਨ ਦੀ ਡਰੱਗਸ। ਦਿਸ ਇਨਕਲੂਡਸ ਦੀ ਡਿਵੈਲਪਮੈਂਟ ਆਫ ਟੋਲਰੈਂਸ ਐਂਡ ਵਿਦਡਰਾਅਲ। ਕਹਿੰਦੇ ਇਸ ਤਰ੍ਹਾਂ ਜਦੋਂ ਕੋਈ ਵਿਅਕਤੀ ਡਰੱਗ ਲੈਂਦਾ ਵਾ ਤਾਂ ਉਹਦੇ ਵਿੱਚ ਟੋਲਰੈਂਸ ਕੀ ਹੁੰਦੀ ਹੈ, ਆਪਾਂ ਕਹਿ ਦਿੰਦੇ ਹਾਂ ਕਿ ਟੋਲਰੇਟ ਕਰ ਸਕਦੇ ਹਾਂ, ਹੈ ਨਾ, ਕਿ ਇਹਨੂੰ ਕਹਿ ਦਿੰਦੇ ਰਾਜੇ ਆਪਾਂ ਸਹਿਣ ਸ਼ਕਤੀ। ਟੋਲਰੈਂਸ ਐਂਡ ਦ ਵਿਦਡਰਾਅਲ, ਕਹਿੰਦੇ ਇਸ ਤਰ੍ਹਾਂ ਜਿਹੜਾ ਵਿਅਕਤੀ ਡਰੱਗ ਲੈਂਦਾ ਵਾ ਉਹਦੇ ਵਿੱਚ ਜਿਹੜੀ ਸਹਿਣ ਸ਼ਕਤੀ ਆ ਉਹ ਕੀ ਆ ਹੌਲੀ ਹੌਲੀ ਵੱਧਦੀ ਆ। ਐਨ ਐਡਿਕਟ who develops tolerance requires more and more of the drug to take him to the world of fantasies। ਕਹਿੰਦੇ ਐਨ ਐਡਿਕਟ ਮਤਲਬ ਕਿ ਰਾਜੇ ਨਸ਼ੇੜੀ, ਇੱਥੇ ਆਪਾਂ ਐਡਿਕਟ ਨੂੰ ਮਤਲਬ ਲੈਂਦੇ ਹਾਂ ਨਸ਼ੇੜੀ ਤੋਂ, ਜਿਹੜਾ ਵਿਅਕਤੀ ਜ਼ਿਆਦਾ ਨਸ਼ਾ ਕਰਦਾ ਵਾ। ਕਹਿੰਦੇ ਜਿਹੜਾ ਵਿਅਕਤੀ ਜ਼ਿਆਦਾ ਨਸ਼ਾ ਕਰਦਾ, ਜਿਹੜਾ ਕਿ ਜ਼ਿਆਦਾ ਤੋਂ ਜ਼ਿਆਦਾ ਟੋਲਰੈਂਸ ਡਿਵੈਲਪ ਕਰਦਾ, ਸਹਿਣ ਸ਼ਕਤੀ ਆਪਦੇ ਆਪ ਵਿੱਚ ਡਿਵੈਲਪ ਕਰਦਾ ਵਾ, ਕਹਿੰਦੇ ਜਿੰਨੀ ਉਹ ਜ਼ਿਆਦਾ
ਕਿਸੇ ਨੂੰ ਕਿਸੇ ਦੀ ਗੱਲ ਨੂੰ ਸਹਿੰਦਾ ਵਾ, ਓਨਾ ਹੀ ਜ਼ਿਆਦਾ ਉਹ ਕਾਹਦੇ ਉੱਪਰ ਡਿਪੈਂਡ ਕਰਦਾ ਵਾ, ਡਰੱਗਸ ਦੇ ਉੱਪਰ। ਅਤੇ ਜਦੋਂ ਕਹਿੰਦੇ ਉਹ ਵਿਅਕਤੀ ਡਰੱਗਸ ਲੈਂਦਾ ਵਾ, that means the drug will take him to the world of ਫੈਂਟੇਸੀ। ਇਸ ਤਰ੍ਹਾਂ ਉਹ ਫੈਂਟੇਸੀ ਹੁੰਦੀ ਹੈ ਰਾਜੇ ਇਮੈਜੀਨੇਸ਼ਨ। ਇਸ ਤਰ੍ਹਾਂ ਉਹ ਇੱਕ ਇਮੈਜੀਨੇਸ਼ਨ ਕਾਲਪਨਿਕ ਦੁਨੀਆ ਦੇ ਵਿੱਚ ਪਹੁੰਚ ਜਾਂਦਾ ਵਾ ਡਰੱਗਸ ਲੈ ਕੇ। ਦ ਹੈਬਿਟ ਆਫ ਡਰੱਗ ਟੇਕਿੰਗ ਅਕਰਸ ਐਟ ਸਕੂਲ, ਕਾਲਜ ਐਂਡ ਯੂਨੀਵਰਸਿਟੀ ਔਰ ਐਟ ਅ ਟ੍ਰਿਪ ਔਰ ਐਟ ਸਮ ਸੋਸ਼ਲ ਗੈਦਰਿੰਗ। ਜਿਹੜੀ ਕਹਿੰਦੇ ਡਰੱਗਸ ਲੈਣ ਦੀ ਇਹ ਹੈਬਿਟ ਆ, ਇਹ ਅਕਸਰ ਦੇਖਿਆ ਜਾਵੇ ਤਾਂ ਸਕੂਲ ਦੇ ਵਿੱਚ, ਕਈ ਵਾਰ ਕਾਲਜ, ਯੂਨੀਵਰਸਿਟੀ, ਜਾਂ ਫਿਰ ਕਈ ਵਾਰ ਕਿਤੇ ਕੋਈ ਸੋਸ਼ਲ ਗੈਦਰਿੰਗ ਆ, ਸੋਸ਼ਲ ਇਕੱਠ ਆ, ਕੋਈ ਫੰਕਸ਼ਨ ਚੱਲ ਰਿਹਾ, ਉੱਥੇ ਸਟਾਰਟ ਹੁੰਦੀ ਆ। ਯੰਗਸਟਰਸ ਹੂ ਆਰ ਵੈਰੀ ਸ਼ਾਈ have emotional problems, inferiority complex, lack of strength and stamina। ਕਹਿੰਦੇ ਜਿਹੜੇ ਯੰਗਸਟਰਸ ਹੁੰਦੇ ਆ, ਜਿਹੜੇ ਜਵਾਨ ਬੱਚੇ ਹੁੰਦੇ ਆ, ਮੋਸਟਲੀ ਟੀਨਏਜਰਸ ਹੁੰਦੇ ਆ, ਕਹਿੰਦੇ ਜਿਹੜੇ ਬਹੁਤ ਜ਼ਿਆਦਾ ਸ਼ਰਮੀਲੇ ਹੁੰਦੇ ਆ, have emotional problems, ਜਿਨ੍ਹਾਂ ਨੂੰ ਕੋਈ ਨਾ ਕੋਈ ਇਮੋਸ਼ਨਲ ਪ੍ਰੋਬਲਮਸ ਹੁੰਦੀਆਂ ਨੇ ਕਿਸੇ ਵੀ ਚੀਜ਼ ਨਾਲ ਰਿਲੇਟਡ। inferiority complex, ਜਿਹੜੇ ਆਪਣੇ ਆਪ ਨੂੰ ਦੂਸਰੇ ਨਾਲੋਂ ਘੱਟ ਸਮਝਦੇ ਆ, ਠੀਕ ਹੈ। ਨੈਕਸਟ ਲਿਖਿਆ ਰਾਜੇ ਨੇ ਲੈਕ ਆਫ ਸਟਰੈਂਥ ਐਂਡ ਸਟੈਮਿਨਾ। ਲੈਕ ਆਫ ਸਟਰੈਂਥ ਹੁੰਦਾ ਵਾ ਕਿ ਜਿਹੜੇ ਬਹੁਤ ਜ਼ਿਆਦਾ ਵੈਸੇ ਹੀ ਥੱਕ ਜਾਂਦੇ ਆ, ਆਪਣੇ ਆਪ ਨੂੰ ਥੱਕਿਆ ਹੋਇਆ ਮਹਿਸੂਸ ਕਰਦੇ ਆ। ਸਟੈਮਿਨਾ ਹੁੰਦਾ ਵਾ ਕਿ ਜਿਹੜੇ ਥੋੜ੍ਹਾ ਬਹੁਤਾ ਵੀ ਕੰਮ ਕਰਦੇ ਆ ਫਿਰ ਵੀ ਥੱਕ ਜਾਂਦੇ ਆ, ਠੀਕ ਹੈ। ਵਾਰ ਕੀ ਹੈ, ਜਿਵੇਂ ਆਪਾਂ ਕਹਿ ਦਿੰਦੇ ਆ, ਉਹਨਾਂ ਨੂੰ ਪਾਣੀ ਪੀਣਾ ਪੈਂਦਾ ਵਾ। ਸੋ ਕਹਿੰਦੇ ਜਿਹੜੇ ਯੰਗਸਟਰਸ ਹੁੰਦੇ ਆ ਉਹਨਾਂ ਦੇ ਵਿੱਚ ਇਹ ਆਦਤਾਂ ਹੁੰਦੀਆਂ ਨੇ, ਤਾਂ ਕਰਕੇ ਕਈ ਯੰਗਸਟਰਸ ਕੀ ਕਰਦੇ ਆ ਰਾਜੇ, ਡਰੱਗਸ ਲੈਂਦੇ ਆ। ਦੇ ਫਾਲ ਈਜ਼ੀ ਵਿਕਟਿਮਸ ਟੂ ਦਿਸ ਹੈਬਿਟ। ਇਸ ਤਰ੍ਹਾਂ ਜਿਹਨਾਂ ਪੀਪਲਸ ਦੇ ਵਿੱਚ ਇਹ ਵਾਲੀਆਂ ਪ੍ਰੋਬਲਮਸ ਪਾਈਆਂ ਜਾਂਦੀਆਂ ਨੇ, ਉਹ ਈਜ਼ਲੀ ਡਰੱਗ ਦੀ ਤਰਫ ਮੂਵ ਕਰ ਜਾਂਦੇ ਆ। ਲੈਕ ਆਫ ਪੇਰੈਂਟਲ ਕੇਅਰ ਐਂਡ ਸੁਪਰਵਿਜ਼ਨ। ਪੇਰੈਂਟਲ ਕੇਅਰ ਕੀ ਹੈ ਕਿ ਜਦੋਂ ਮਾਤਾ ਪਿਤਾ ਆਪਦੇ ਬੱਚੇ ਦੀ ਕੇਅਰ ਨਹੀਂ ਕਰਦੇ। ਸੁਪਰਵਿਜ਼ਨ ਹੁੰਦਾ ਵਾ ਕਿ ਜਦੋਂ ਇਹ ਧਿਆਨ ਨਹੀਂ ਰੱਖਦੇ ਕਿ ਉਹਨਾਂ ਦੇ ਬੱਚੇ ਕੀ ਕਰ ਰਹੇ ਆ, ਸਾਰਾ ਦਿਨ ਕੀ ਖਾਂਦੇ ਪੀਂਦੇ ਆ। ਲੈਕ ਆਫ ਰਿਲੀਜੀਅਸ ਐਂਡ ਮੋਰਲ ਐਜੂਕੇਸ਼ਨ। ਇਸ ਤੋਂ ਇਲਾਵਾ ਹੋਰ ਫੈਕਟਰ ਵੀ ਇਹਦੇ ਵਿੱਚ ਰਿਸਪੋਂਸੀਬਲ ਆ। ਰਿਲੀਜੀਅਸ ਧਾਰਮਿਕ ਰਾਜੇ, ਅਤੇ ਮੋਰਲ ਹੋ ਗਿਆ ਨੈਤਿਕ ਜਿਹੜੀ ਐਜੂਕੇਸ਼ਨ ਆ, ਧਾਰਮਿਕ ਅਤੇ ਨੈਤਿਕ ਕਹਿੰਦੇ ਜਿਹੜੀ ਸਿੱਖਿਆ ਹੈਗੀ। ਮੀਡੀਆ ਐਂਡ ਪੌਪ ਕਲਚਰ, ਹੇਟਰਡ ਫॉर ਅਥੋਰਿਟੀ। ਮੀਡੀਆ ਹੋ ਗਿਆ, ਪੌਪ ਕਲਚਰ ਹੋ ਗਿਆ, ਵੈਸਟਰਨਾਈਜੇਸ਼ਨ ਹੋ ਗਿਆ, ਹੇਟਰਡ ਫॉर ਅਥੋਰਿਟੀ ਹੋ ਗਿਆ ਕਿ ਕਿਸੇ ਤੁਹਾਡੇ ਤੋਂ ਕੋਈ ਉੱਪਰ ਆ ਬੰਦਾ ਹੈ ਨਾ, ਉਹਨੂੰ ਤੁਸੀਂ ਹੇਟ ਕਰਦੇ ਹੋ, ਜਦੋਂ ਤੁਹਾਡੇ ਵਿੱਚ ਹੇਟਰਡ ਵੱਧ ਜਾਂਦੀ ਹੈ ਕਿਸੇ ਵਿਅਕਤੀ ਦੀ ਤਰਫ। ਬ੍ਰੋਕਨ ਹੋਮਸ ਮੀਨਸ ਰਾਜੇ ਜਿੱਥੇ ਡਾਈਵੋਰਸ ਕੇਸਿਸ ਜ਼ਿਆਦਾ ਨੇ ਪੇਰੈਂਟਸ ਦੇ। ਐਂਡ ਟ੍ਰੋਂਸੀ ਲੀਡ ਟੂ ਦੀ ਯੂਜ਼ ਆਫ ਡਰੱਗਸ। ਇਸ ਤਰ੍ਹਾਂ ਇਹ ਸਾਰੀਆਂ ਪ੍ਰੋਬਲਮਸ ਆ ਜਿਹਦੇ ਕਰਕੇ ਇੱਕ ਪਰਸਨ ਡਰੱਗਸ ਦੀ ਤਰਫ ਵੱਧ ਸਕਦਾ। ਡਰੱਗ ਐਡਿਕਟਸ ਯੂਜ਼ narcotics such as heroin, smack, morphine, stimulants like cocaine and ਡਿਪਰੈਸੈਂਟਸ। ਇਸ ਤਰ੍ਹਾਂ ਕੀ ਆ ਅਲੱਗ-ਅਲੱਗ ਤਰ੍ਹਾਂ ਦੇ ਰਾਜੇ ਡਰੱਗਸ ਦੇ ਨੇਮ ਆ। ਇਹ ਕੀ ਹੈ, ਜਿਹੜੇ ਡਰੱਗਸ ਐਡਿਕਟ ਲੋਕ ਹੁੰਦੇ ਆ, ਜਿਹੜੇ ਡਰੱਗਸ ਲੈਂਦੇ ਆ, ਉਹ ਇਹਨਾਂ ਦੇ ਵਿੱਚੋਂ ਅਲੱਗ-ਅਲੱਗ ਡਰੱਗਸ ਅਲੱਗ-ਅਲੱਗ ਸਮੇਂ ਦੇ ਉੱਪਰ ਲੈਂਦੇ ਰਹਿੰਦੇ ਆ, ਜਿਹਦੇ ਕੋਲ ਪੈਸੇ ਹੁੰਦੇ ਆ ਉਹਦੇ ਹਿਸਾਬ ਦੇ ਨਾਲ। ਸੈਕਿੰਡ ਪੈਰਾਗ੍ਰਾਫ ਦੇਖੋ ਬੱਚੇ, ਐਡਿਕਸ਼ਨ ਟੂ ਡਰੱਗ ਇਜ਼ ਲੂਮਿੰਗ ਲਾਰਜ ਐਜ਼ ਅ ਸੋਸ਼ਲ ਪ੍ਰੋਬਲਮ ਇਵੇਡਿੰਗ ਆਲ ਸੋਲਿਊਸ਼ਨ। ਇਸ ਤਰ੍ਹਾਂ ਕਹਿੰਦੇ ਜਿਹੜੀ ਐਡਿਕਸ਼ਨ ਟੂ ਡਰੱਗਸ ਆ, ਇਹ ਇੱਕ ਵੱਧਦੀ ਜਾਂਦੀ, ਲੂਮਿੰਗ ਲਾਰਜ ਇੱਕ ਵੱਧ ਰਹੀ ਪ੍ਰੋਬਲਮ ਆ, ਅਸਲ ਦੇ ਵਿੱਚ ਸਮਾਜਿਕ ਪ੍ਰੋਬਲਮ ਆ, ਜਿਹੜੀ ਸਾਰੇ ਸੋਲਿਊਸ਼ਨਸ ਨੂੰ ਕੀ ਕਰ ਰਹੀ ਹੈ, ਇੱਕ ਤਰੀਕੇ ਨਾਲ ਕਹਿੰਦੇ ਲੋਕਾਂ ਨੇ ਕਿੰਨੇ ਸੋਲਿਊਸ਼ਨ ਅਪਣਾਏ ਆ, ਉਹ ਸਾਰਿਆਂ ਨੂੰ ਇਹ ਖਤਮ ਕਰਦੀ ਜਾ ਰਹੀ ਹੈ ਵੀ ਇੰਨੀ ਜ਼ਿਆਦਾ ਐਡਿਕਟ ਜਿਹੜੇ ਲੋਕ ਆ ਉਹ ਡਰੱਗ ਦੀ ਤਰਫ ਹੋ ਚੁੱਕੇ ਆ। ਇਨ ਇੰਡੀਆ, ਭਾਰਤ ਦੇ ਵਿੱਚ ਡਰੱਗ ਐਡਿਕਸ਼ਨ ਇਜ਼ ਇਨਕਰੀਜ਼ਿੰਗ। ਜਿਹੜੇ ਡਰੱਗ ਐਡਿਕਸ਼ਨ ਆ ਇਹ ਕੀ ਹੈ, ਇਨਕਰੀਜ਼ ਹੋ ਰਹੀ ਹੈ ਬੱਚੇ, ਵੱਧ ਰਹੀ ਆ। ਇੰਟੋਕਸੀਕੇਟਿੰਗ ਡਰੱਗਸ ਆਰ ਵੈਰੀ ਹਾਰਮਫੁਲ ਫॉर ਹੈਲਥ। ਇਸ ਤਰ੍ਹਾਂ ਜਿਹੜੀਆਂ ਇੰਟੋਕਸੀਕੇਟਿੰਗ ਡਰੱਗਸ ਆ ਉਹ ਸਿਹਤ ਦੇ ਲਈ ਬਹੁਤ ਜ਼ਿਆਦਾ ਕੀ ਹੁੰਦੀਆਂ ਨੇ, ਨੁਕਸਾਨਦਾਇਕ ਹੁੰਦੀਆਂ ਨੇ। ਦੀ ਗਵਰਨਮੈਂਟ ਹੈਜ਼ ਟੇਕਨ ਅ ਨੰਬਰ ਆਫ ਸਟੈਪਸ ਟੂ ਚੈੱਕ ਦੀ ਗਰੋਇੰਗ ਨਿਕ। ਭਾਵੇਂ ਕਹਿੰਦੇ ਗਵਰਨਮੈਂਟ ਨੇ ਬਹੁਤ ਜ਼ਿਆਦਾ ਸਟੈਪ ਵੀ ਚੁੱਕੇ ਆ, ਬਹੁਤ ਜ਼ਿਆਦਾ ਕਦਮ ਚੁੱਕੇ ਆ ਕਿ ਇਹ ਜਿਹੜੀ ਪ੍ਰੋਬਲਮ ਆ ਇਹਦੀ ਗਰੋਥ ਨੂੰ ਰੋਕਿਆ ਜਾਵੇ, ਇਹਨੂੰ ਵਧਣ ਤੋਂ ਰੋਕਿਆ ਜਾਵੇ। ਦ ਬੇਸਿਕ ਫੈਕਟਰ ਰਿਸਪੋਂਸੀਬਲ ਫॉर, ਦੇਖੋ ਉੱਪਰ ਆਪਾਂ ਫੈਕਟਰਸ ਕਰਕੇ ਆਏ ਆ ਨਾ ਯੰਗਸਟਰਸ ਦੇ ਕਿ ਕਿਹੜੇ ਫੈਕਟਰ ਆ, ਉਸੇ ਤਰ੍ਹਾਂ ਹੁਣ ਇੱਥੇ ਇਹਨਾਂ ਨੇ ਕੁਝ ਫੈਕਟਰ ਦੀ ਇੱਕ ਮੇਨ ਫੈਕਟਰ ਦੀ ਗੱਲ ਕੀਤੀ ਆ। ਬੇਸਿਕ ਹੁੰਦਾ ਵਾ ਮੇਨ। ਦੀ ਮੇਨ ਫੈਕਟਰ ਰਿਸਪੋਂਸੀਬਲ ਫॉर ਪ੍ਰੋਨੈਸ ਟੂ ਡਰੱਗਸ। ਪ੍ਰੋਨੈਸ ਹੁੰਦਾ ਵਾ ਕਿ ਜਿਹੜਾ ਬੰਦਾ ਜ਼ਿਆਦਾ ਡਰੱਗ ਦੀ ਤਰਫ ਜਾਂਦਾ ਵਾ। ਪ੍ਰੋਨੈਸ ਟੂ ਡਰੱਗ ਇਜ਼ ਸਿਕਨਿੰਗ, ਇਮੋਸ਼ਨਲ ਐਂਡ ਸਾਈਕੋਲੋਜੀਕਲ ਸਰਾਊਂਡਿੰਗ। ਤਿੰਨ ਫੈਕਟਰ ਦਿੱਤੇ ਬੱਚੇ ਇਹਨਾਂ ਨੇ। ਸਿਕਨਿੰਗ ਹੁੰਦਾ ਬਿਮਾਰ ਰਹਿਣਾ, ਇਮੋਸ਼ਨਲ ਹੁੰਦਾ ਵਾ ਤੁਸੀਂ ਇਮੋਸ਼ਨਲੀ ਤੌਰ 'ਤੇ ਤੁਹਾਡੇ ਇਮੋਸ਼ਨਸ ਜਦੋਂ ਬੈਲੈਂਸ ਨਹੀਂ ਹੈਗੇ, ਇੰਬੈਲੈਂਸ ਚੱਲ ਰਿਹਾ ਤੁਹਾਡੇ ਇਮੋਸ਼ਨਸ ਦੇ ਵਿੱਚ, ਹੈ ਨਾ। ਸਾਈਕੋਲੋਜੀਕਲ ਸਰਾਊਂਡਿੰਗਸ, ਸਾਈਕੋਲੋਜੀਕਲ ਹੁੰਦਾ ਵਾ ਕਿ ਜਦੋਂ ਤੁਹਾਡੀਆਂ ਜਿਹੜੀਆਂ ਸਰਾਊਂਡਿੰਗਸ ਨੇ, ਆਲਾ ਦੁਆਲਾ ਨੇ, ਉਹ ਸਹੀ ਨਹੀਂ ਹੈਗਾ, ਉੱਥੇ ਕੋਈ ਇੱਦਾਂ ਦੇ ਬੰਦੇ ਜਿਹੜੇ ਡਰੱਗਸ ਲੈਂਦੇ ਆ, ਤਾਂ ਕਰਕੇ ਤੁਸੀਂ ਕੀ ਹੋ ਜਾਂਦੇ ਹੋ, ਉਹਨਾਂ ਤੋਂ ਇਨਫਲੂਐਂਸ ਹੋ ਜਾਂਦੇ ਹੋ। ਸੋ ਸਾਈਕੋਲੋਜੀਕਲ ਸਰਾਊਂਡਿੰਗਸ ਦੈਟ ਲੀਵ ਦੀ ਵਿਕਟਿਮ ਵਿਦ ਨੋ ਅਦਰ ਆਪਸ਼ਨ। ਇਸ ਤਰ੍ਹਾਂ ਕਹਿੰਦੇ ਤਿੰਨ ਫੈਕਟਰਸ ਰਿਸਪੋਂਸੀਬਲ ਆ ਜਿਹਦੇ ਕਰਕੇ ਕੋਈ ਵੀ ਵਿਅਕਤੀ ਕੀ ਆ ਡਰੱਗ ਦੀ ਤਰਫ ਵੱਧ ਸਕਦਾ ਵਾ। ਇਸ ਤਰ੍ਹਾਂ ਜਿਹੜਾ ਵਿਕਟਿਮ ਆ, ਵਿਕਟਿਮ ਮਤਲਬ ਕਿ ਜਿਹੜਾ ਬੰਦਾ ਡਰੱਗ ਲੈਂਦਾ ਵਾ ਉਹਦੇ ਕੋਲ ਹੋਰ ਕੋਈ ਆਪਸ਼ਨ ਨਹੀਂ ਬਚਦੀ। ਜਦੋਂ ਉਹ ਕੀ ਹੁੰਦਾ, ਬਿਮਾਰ ਹੁੰਦਾ ਵਾ, ਜਾਂ ਉਹਨੂੰ ਕੋਈ ਇਮੋਸ਼ਨਲ ਪ੍ਰੋਬਲਮ ਚੱਲ ਰਹੀ ਆ, ਜਾਂ ਉਹ ਕੋਈ ਸਾਈਕੋਲੋਜੀਕਲ ਪ੍ਰੋਬਲਮ ਦੇ ਨਾਲ ਜੂਝ ਰਿਹਾ ਵਾ, ਸੋ ਇੱਦਾਂ ਦੀ ਕੰਡੀਸ਼ਨ ਦੇ ਵਿੱਚ ਬੰਦਾ ਈਜ਼ਲੀ ਕਹਿੰਦੇ ਡਰੱਗ ਜਿਹੜਾ ਵਾ ਲੈਂਦਾ ਵਾ। ਦੈਨ ਟੂ ਸੀਕ
ਓਕੇ ਆਪਸ਼ਨ ਦੈਨ ਟੂ ਸੀਕ ਮੋਮੈਂਟਰੀ escape from the mental tension। ਇਸ ਤਰ੍ਹਾਂ ਉਹਦੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੁੰਦੀ ਗੀ ਕਿ ਉਹ ਡਰੱਗ ਨੂੰ ਹੀ ਵਧੀਆ ਸਮਝਦਾ ਵਾ ਕਿ ਚਲੋ ਅਗਰ ਮੈਂ ਡਰੱਗ ਲਊਂਗਾ ਤਾਂ ਐਟਲੀਸਟ ਮੈਂ ਥੋੜ੍ਹੇ ਸਮੇਂ ਦੇ ਲਈ ਜਿਹੜੀ ਮੇਰੀ ਦਿਮਾਗ 'ਤੇ ਟੈਨਸ਼ਨ ਆ, ਚਾਹੇ ਉਹ ਕਿਸੇ ਸਾਈਕੋਲੋਜੀਕਲ ਪ੍ਰੋਬਲਮ ਕਰਕੇ ਆ, ਇਮੋਸ਼ਨਲ ਕਰਕੇ ਆ, ਚਾਹੇ ਕਿਸੇ ਬਿਮਾਰੀ ਦੇ ਕਰਕੇ ਆ, ਵੀ ਉਹ ਦੂਰ ਹੋ ਜੂਗੀ, ਮੈਂ ਭੁੱਲ ਜੂੰਗਾ। ਕਿਉਂਕਿ ਜਿਹੜੀ ਡਰੱਗ ਆ ਉਹ ਬੰਦੇ ਨੂੰ ਇੱਕ ਇਮੈਜੀਨੇਸ਼ਨ ਦੀ ਦੁਨੀਆ ਦੇ ਵਿੱਚ ਬੇਸਿਕਲੀ ਲੈ ਜਾਂਦੀ ਆ। ਇਫ ਦ ਯੰਗ ਵਨਸ ਆਰ assured of proper love and care these problems will not arise। ਇਸ ਤਰ੍ਹਾਂ ਕਹਿੰਦੇ ਅਗਰ ਆਪਾਂ ਗੱਲ ਕਰੀਏ ਯੰਗ ਵਨਸ ਦੀ, ਮਤਲਬ ਕਿ ਜਿਹੜੇ ਟੀਨ ਏਜਸ ਆ, ਜਿਹੜੇ ਹੁਣ ਯੰਗਸਟਰਸ ਆ, ਅਗਰ ਕਹਿੰਦੇ ਉਹਨਾਂ ਦੀ ਪ੍ਰੋਪਰ ਕੇਅਰ ਕੀਤੀ ਜਾਵੇ ਅਤੇ ਪ੍ਰੋਪਰ ਪਿਆਰ ਉਹਨਾਂ ਨੂੰ ਦਿੱਤਾ ਜਾਵੇ ਘਰਦਿਆਂ ਦੇ ਦੁਆਰਾ, ਸੁਸਾਇਟੀ ਦੇ ਦੁਆਰਾ, ਫਰੈਂਡਸ ਦੇ ਦੁਆਰਾ, ਦੈਨ ਥੀਸ ਪ੍ਰੋਬਲਮਸ ਵਿਲ ਨਾਟ ਅਰਾਈਜ਼। ਫਿਰ ਇਸ ਤਰ੍ਹਾਂ ਦੀਆਂ ਕਹਿੰਦੇ ਜਿਹੜੀਆਂ ਪ੍ਰੋਬਲਮਸ ਸਾਹਮਣੇ ਆ ਰਹੀਆਂ ਨੇ ਉਹ ਕਦੇ ਵੀ ਬੱਚਿਆਂ ਨੂੰ ਫੇਸ ਨਹੀਂ ਕਰਨੀਆਂ ਪੈਣਗੀਆਂ। ਐਂਡ ਲਾਸਟ ਵੀ ਆਰ ਗੋਇੰਗ ਟੂ ਕਲੋਜ਼ the letter, that is yours truly, and after that you can write your name. Okay, yours truly. Also shift this on the left hand side of the letter. All right beta, so this was letter number 11. Now what you have to do, just learn, first of all learn this letter, and after that write it on your fair notebook, and do not forget to send me photographs of your written homework. If you have or any doubt or any confusion beta, then you can ask me. Till then, God bless you.